सत श्री अकाल दोस्तों, वेलकम टू डोर स्टैप एजुकेशन पॉइंट। उम्मीद करदा तुसीं सारे वधिया होणे आ। अज दी क्लास विच आपां बाल विकास ते सिੱਖਿਆ शास्त्र दे कुछ प्रश्नां नूं डिस्कस करन जा रहे हां। ਇਹ क्लास तुहाडे पीएस टैट एंड सी टैट एग्जाम ਲਈ काफ़ी इंपॉर्टेंट है। सो शुरू करते हैं अज दी अपनी क्लास नूं शुरू करन तो पहला मैं तुहानूं कुछ जर्नल जिहड़ियां गल्लां ने ਉਹ ਦੱਸਣ जा रहे हां। जेकर तुसीं पीएस टैट या फिर सी टैट की तैयारी हजे भी शुरू नहीं की, तुसी अपने इस चैनल दीयां बणीਆਂ वीडियोज़ नूं वेखना शुरू कर दो। कुछ प्लेलिस्टां भी मैं बनाईਆਂ होईਆਂ ने, तुसी उन्हां वीडियोज़ नूं वेखो। तुहाडा जिहड़ा पीएस टैट दा पेपर है, पीएस टैट दे पेपर लई ਉਹ ਸਾਰੀਆਂ ही वीडियोज़ कंप्लीटली हैल्पफुल ने। ਜਦੋਂ भी तुसी पेपर अटैम्प्ट करन जाने हो, ਤੁਹਾਨੂੰ ਉਹਨਾਂ ਪੇਪਰਾਂ ਨੂੰ ਅਟੈਂਪਟ ਕਰਨ ਦੇ ਵਿੱਚ ਇਹਨਾਂ ਵੀਡੀਓ ਦਾ ਜਿਹੜਾ ਕਹਿ ਸਕਦੇ ਹਾਂ ਕੰਟਰੀਬਿਊਸ਼ਨ ਹੈਗੀ ਹੈ ਜੀ, ਉਹ ਕਾਫੀ ਰਹਿਣ ਵਾਲੀ ਹੈ। ਸੋ ਤੁਸੀਂ ਇਹਨਾਂ ਵੀਡੀਓਜ਼ ਨੂੰ ਮਿਸ ਨਹੀਂ ਕਰਨਾ ਹੈ। ਆਪਾਂ ਜਿੰਨੇ ਵੀ ਪ੍ਰਸ਼ਨ ਆਪਾਂ ਇੱਥੇ ਡਿਸਕਸ ਕਰਨ ਜਾ ਰਹੇ ਹਾਂ, ਸਾਰੇ ਹੀ ਕਨਸੈਪਟ ਨੂੰ ਸਮਝਦੇ ਹੋਏ ਡਿਸਕਸ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਕਲਾਸ ਨੂੰ ਤੁਸੀਂ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨੂੰ ਵੀ ਸ਼ੇਅਰ ਕਰਨਾ ਹੈ। ਅੱਜ ਦਾ ਆਪਣਾ ਜਿਹੜਾ ਪਹਿਲਾ ਪ੍ਰਸ਼ਨ ਹੈ, ਜਿਹਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਹੈ ਐਂਡ ਵੀਡੀਓ ਨੂੰ इस क्लास ਨੂੰ ਜਿਹੜੀ ਤੁਹਾਡੀ ਵੀਡੀਓ ਕਲਿੱਪ ਚੱਲ ਰਹੀ ਹੈ ਇਹਨੂੰ ਪੌਜ਼ ਕਰਨ ਤੋਂ ਬਾਅਦ ਤੁਸੀਂ ਇਸ ਪ੍ਰਸ਼ਨ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਹੈ। ਇਸ ਦੇ ਨਾਲ ਤੁਹਾਡੀ ਅੰਡਰਸਟੈਂਡਿੰਗ ਵੀ ਵਧੇਗੀ। ਪਹਿਲੇ ਪ੍ਰਸ਼ਨ ਨੂੰ ਰੀਡ ਕਰੋ। ਅ ਟੀਚਰ ਵਾਂਟਸ ਟੂ ਫੈਸਿਲਿਟੇਟ ਕੰਪਰੀਹੈਂਸ਼ਨ ਸਕਿੱਲਸ ਅਮੰਗ ਹਰ ਸਟੂਡੈਂਟਸ ਵਿਚ ਆਫ ਦਾ ਫੋਲੋਇੰਗ ਸ਼ੁੱਡ ਬੀ ਅਵੋਇਡਡ ਬਾਈ ਹਰ ਫॉर ਦਿਸ ਪਰਪਸ। ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਵਿੱਚ ਸਮਝ ਦੇ ਹੁਨਰ ਦੀ ਸਹੂਲਤ ਦੇਣਾ ਚਾਹੁੰਦਾ ਹੈ। ਇਸ ਮਕਸਦ ਲਈ ਉਸ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਤੋਂ ਬਚਣਾ ਚਾਹੀਦਾ ਹੈ। ਭਾਵ ਇਹ ਕਿ ਕੋਈ ਜਿਹੜਾ ਟੀਚਰ ਹੈ ਬੱਚਿਆਂ ਨੂੰ ਕੰਪਰੀਹੈਂਸ਼ਨ ਸਕਿੱਲਸ ਕੀ ਹੁੰਦੀਆਂ ਨੇ, ਜਿਵੇਂ ਕਿ ਤੁਹਾਡੇ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਕੰਪਰੀਹੈਂਸ਼ਨਸ ਵੀ ਆਉਂਦੀਆਂ ਨੇ ਪੀਐਸ ਟੈਟ ਦੇ ਵਿੱਚ। ਭਾਵ ਉੱਥੇ ਇੱਕ ਪੈਰਾਗ੍ਰਾਫ ਦਿੱਤਾ ਹੋਏਗਾ ਐਂਡ ਉਸ ਤੋਂ ਸੰਬੰਧਿਤ ਕੁਝ ਪ੍ਰਸ਼ਨ ਦਿੱਤੇ ਹੁੰਦੇ ਨੇ ਐਂਡ ਤੁਸੀਂ ਉਹਨਾਂ ਪੈਰਾਗ੍ਰਾਫਸ ਨੂੰ ਪੜ੍ਹਨ ਤੋਂ ਬਾਅਦ ਜਿੰਨੇ ਵੀ ਪ੍ਰਸ਼ਨ ਦਿੱਤੇ ਹੁੰਦੇ ਨੇ ਤੁਸੀਂ ਉਹਨਾਂ ਨੂੰ ਸੋਲਵ ਕਰਨਾ ਹੁੰਦਾ ਹੈ। ਭਾਵ ਇਹ ਕਿ ਤੁਸੀਂ ਉਸ ਪੈਰਾਗ੍ਰਾਫ ਨੂੰ ਪੜ੍ਹਨਾ ਹੁੰਦਾ ਹੈ, ਅੰਡਰਲਾਈਨ ਤੁਸੀਂ ਕਰਦੇ ਹੋ, ਸਮਝਦੇ ਹੋ, ਉਹਨੂੰ ਡੀਕੋਡ ਕਰਦੇ ਹੋ। ਸੋ ਕਿੰਨਾ ਕੁਝ ਹੀ ਕਰਦੇ ਹੋ ਜਦੋਂ ਤੁਸੀਂ ਕੋਈ ਕੰਪਰੀਹੈਂਸ਼ਨ ਸਮਝਣਾ ਹੁੰਦਾ ਹੈ। ਬਟ ਕੁਐਸਚਨ ਵਿੱਚ ਤੁਹਾਡੇ ਤੋਂ ਇਹ ਪੁੱਛ ਰਿਹਾ ਹੈ ਕਿ ਜੇਕਰ ਤੁਹਾਨੂੰ ਟੀਚਰ ਨੇ ਕੰਪਰੀਹੈਂਸ਼ਨ ਸਕਿੱਲ ਸਿਖਾਉਣੀਆਂ ਨੇ ਤੇ ਟੀਚਰ ਨੂੰ ਕੀ ਕੁਝ ਨਹੀਂ ਕਰਨਾ ਚਾਹੀਦਾ। ਕਰਨ ਬਾਰੇ ਤਾਂ ਆਪਾਂ ਗੱਲ ਕਰ ਲਈ, ਕੀ ਉਹਨੂੰ ਨਹੀਂ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕਨਸੈਪਟ ਮੈਪਿੰਗ ਕੀ ਸੰਕਲਪ ਮੈਪਿੰਗ, ਮਤਲਬ ਇਹ ਕਿ ਜਦੋਂ ਵੀ ਆਪਾਂ ਕੋਈ ਚੀਜ਼ ਪੜ੍ਹਦੇ ਹਾਂ ਤੇ ਆਪਾਂ ਮੈਪਿੰਗ ਵਗੈਰਾ ਕਰ ਲੈਂਦੇ ਹਾਂ ਕਿ ਅੱਛਾ ਇਸ ਤੋਂ ਬਾਅਦ ਇਹ ਚੀਜ਼ ਹੋਈ ਸੀਗੀ, ਕੋਈ ਵੀ ਜਿਹੜੀ ਚੀਜ਼ ਉਸ ਪੈਰਾਗ੍ਰਾਫ ਵਿੱਚ ਦਿੱਤੀ ਹੋਗੀ। ਜਾਂ ਫਿਰ ਡੀਕੰਟੈਕਚੁਅਲਾਈਜ਼ਿੰਗ ਸੰਦਰਭੀਕਰਨ, ਡੀਕੰਟੈਕਚੁਅਲਾਈਜ਼ਿੰਗ ਇਹਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਪੈਰਾਗ੍ਰਾਫ ਰੀਡ ਕਰ ਰਹੇ ਹਾਂ ਤਾਂ ਪੈਰਾਗ੍ਰਾਫ ਵਿੱਚ ਜਿਹੜੀ ਰਿਟਨ ਚੀਜ਼ ਹੈਗੀ ਹੈ ਨਾ, ਜਿਹੜੀ ਚੀਜ਼ ਕੰਟੈਕਸਟ ਵਿੱਚ ਦਿੱਤੀ ਹੋਈ ਆ ਉਹਨੂੰ ਆਪਾਂ ਨਹੀਂ ਪੜ੍ਹਦੇ, ਆਪਾਂ ਆਪਦੇ ਵੱਲੋਂ ਉਹਦਾ ਕੀ ਕਰਦੇ ਹਾਂ, ਉਹਦਾ ਜਦੋਂ ਆਪਦੇ ਵੱਲੋਂ ਮੀਨਿੰਗ ਬਣਾਉਂਦੇ ਆ ਕੰਟੈਕਸਟ ਨੂੰ ਛੱਡ ਕੇ ਉਹਨੂੰ ਆਪਾਂ ਡੀਕੰਟੈਕਚੁਅਲਾਈਜ਼ਿੰਗ ਕਹਿੰਦੇ ਆ। ਜਾਂ ਫਿਰ ਆਊਟਲਾਈਨਿੰਗ ਹੋਊਗਾ ਜਾਂ ਫਿਰ ਸਮਰਾਈਜ਼ਿੰਗ ਹੋਊਗਾ। ਸਹੀ ਜਵਾਬ ਤੁਹਾਡਾ ਹੋਣਾ ਹੈ ਜੀ, ਮੈਂ ਸਹੀ ਜਵਾਬ ਦੀ ਗੱਲ ਕਰੂੰਗਾ, ਆਪਸ਼ਨ ਨੰਬਰ ਬੀ। ਇਹਦੇ ਵਿੱਚ ਇਹ ਹੈ ਕਿ ਆਪਾਂ ਜੋ ਕੁਝ ਵੀ ਲਿਖਿਆ ਹੁੰਦਾ ਉਹਨੂੰ ਆਪਾਂ ਧਿਆਨ ਵਿੱਚ ਨਹੀਂ ਰੱਖਦੇ ਤੇ ਆਪਾਂ ਇਹ ਗੱਲ ਤਾਂ ਕਰਦੇ ਹਾਂ, ਮਤਲਬ ਕਿ ਆਪਾਂ ਕੰਟੈਕਸਟ ਨੂੰ ਬੜੇ ਹੀ ਧਿਆਨ ਨਾਲ ਰੱਖਣਾ ਹੁੰਦਾ ਹੈ, ਫੇਰ ਹੀ ਆਪਾਂ ਕਨਸੈਪਟ ਮੈਪਿੰਗ ਕਰ ਸਕਦੇ ਹਾਂ, ਆਊਟਲਾਈਨਿੰਗ ਕਰ ਸਕਦੇ ਹਾਂ, ਸਮਰਾਈਜ਼ਿੰਗ ਕਰ ਸਕਦੇ ਹਾਂ। ਸੋ ਆਪਸ਼ਨ ਨੰਬਰ ਬੀ ਜਿਹੜਾ ਹੈ, ਜਦੋਂ ਵੀ ਤੁਸੀਂ ਬੱਚਿਆਂ ਨੂੰ ਐਜ਼ ਅ ਟੀਚਰ ਕੰਪਰੀਹੈਂਸ਼ਨ ਸਕਿੱਲਸ ਡਿਵੈਲਪ ਕਰਨੀਆਂ ਨੇ ਬੱਚਿਆਂ ਦੀਆਂ ਤੇ ਆਪਾਂ ਆਪਸ਼ਨ ਨੰਬਰ ਬੀ ਨੂੰ ਕਰਾਂਗੇ ਅਵੋਇਡ ਤੇ ਬਾਕੀ ਤਿੰਨੇ ਹੀ ਗੱਲਾਂ ਨੇ ਕੰਸੈਪਟ ਮੈਪਿੰਗ, ਆਊਟਲਾਈਨਿੰਗ ਤੇ ਸਮਰਾਈਜ਼ਿੰਗ, ਇਹਨਾਂ ਦਾ ਮਤਲਬ ਆਪਾਂ ਧਿਆਨ ਰੱਖਣਾ ਹੁੰਦਾ ਹੈ। ਸੋ ਆਪਸ਼ਨ ਨੰਬਰ ਬੀ ਨੂੰ ਕਰੋ ਟਿਕ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਟੂ ਫੈਸਿਲਿਟੇਟ ਸਟੂਡੈਂਟ ਲਰਨਿੰਗ ਆਫ ਅ ਕਨਸੈਪਟ ਅ ਟੀਚਰ ਸ਼ੁੱਡ ਕਿ ਵਿਦਿਆਰਥੀਆਂ ਨੂੰ ਕਿਸੇ ਸੰਕਲਪ ਬਾਰੇ ਸਿੱਖਣ ਦੀ ਸਹੂਲਤ ਦੇਣ ਲਈ ਇੱਕ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ। ਅਵੋਇਡ ਮੇਕਿੰਗ ਕਨੈਕਸ਼ਨ ਬਿਟਵੀਨ ਨਿਊ ਇਨਫੋਰਮੇਸ਼ਨ ਐਂਡ ਪ੍ਰੀਵੀਅਸ ਨੌਲੇਜ, ਨਵੀਂ ਜਾਣਕਾਰੀ ਅਤੇ ਪਿਛਲੇ ਗਿਆਨ ਵਿਚਕਾਰ ਸੰਬੰਧ ਬਣਾਉਣ ਤੋਂ ਬਚੋ। ਕੀ ਤੁਹਾਨੂੰ ਲੱਗਦਾ ਹੈ ਕਿ ਆਪਸ਼ਨ ਨੰਬਰ ਏ ਸਹੀ ਹੋ ਸਕਦਾ ਹੈ ਜਾਂ ਫਿਰ ਆਪਸ਼ਨ ਨੰਬਰ ਬੀ ਵੇਖੋ। ਫੋਕਸ ਔਨ ਅੰਡਰਸਟੈਂਡਿੰਗ ਦ ਰੂਲਸ ਐਂਡ ਡਿਫਾਈਨਿੰਗ ਐਟਰੀਬਿਊਟਸ ਆਫ ਦ ਕਨਸੈਪਟ, ਨਿਯਮਾਂ ਨੂੰ ਸਮਝਣ ਅਤੇ ਸੰਕਲਪ ਦੇ ਗੁਣਾਂ ਨੂੰ ਪਰਿਭਾਸ਼ਿਤ ਕਰਨ ਤੇ ਧਿਆਨ ਕੇਂਦਰਿਤ ਕਰੋ। ਜਾਂ ਫਿਰ ਆਪਸ਼ਨ ਨੰਬਰ ਸੀ। ਮਿਕਸ essential and non-essential information related to content to be taught, ਸਿਖਾਈ ਜਾਣ ਵਾਲੀ ਸਮੱਗਰੀ ਨਾਲ ਸੰਬੰਧਿਤ ਜ਼ਰੂਰੀ ਅਤੇ ਗੈਰ ਜ਼ਰੂਰੀ ਜਾਣਕਾਰੀ ਨੂੰ ਮਿਲਾਓ। ਜਾਂ ਫਿਰ ਆਪਸ਼ਨ ਨੰਬਰ ਡੀ। ਪ੍ਰੈਜ਼ੈਂਟ ਮਟੀਰੀਅਲ ਐਂਡ ਇਨਫੋਰਮੇਸ਼ਨ ਇਨ ਹਾਈਲੀ ਅਬਸਟਰੈਕਟ ਐਂਡ ਕੰਪਲੈਕਸ ਫਾਰਮ, ਸਮੱਗਰੀ ਅਤੇ ਜਾਣਕਾਰੀ ਨੂੰ ਬਹੁਤ ਹੀ ਅਮੂਰਤ ਅਤੇ ਗੁੰਝਲਦਾਰ ਰੂਪ ਵਿੱਚ ਪੇਸ਼ ਕਰੋ। ਜੇਕਰ ਤੁਸੀਂ ਆਪਸ਼ਨ ਨੰਬਰ ਡੀ ਨੂੰ ਵੇਖੋ, ਆਪਾਂ ਸਾਰਿਆਂ ਨਾਲੋਂ ਪਹਿਲਾਂ ਨਾ ਜਿਹੜੀਆਂ ਗਲਤ ਆਪਸ਼ਨਾਂ ਨੇ ਉਹਨਾਂ ਨੂੰ ਐਲੀਮੀਨੇਟ ਕਰਦੇ ਹਾਂ, ਫਿਰ ਸਹੀ ਜਵਾਬ ਵੇਖਾਂਗੇ ਕਿ ਇਹਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਵੀ ਮਟੀਰੀਅਲ ਦਿੱਤਾ ਹੋਇਆ ਉਹਨੂੰ ਆਪਾਂ ਕੀ ਕਰਾਂਗੇ, ਉਹਨਾਂ ਨੂੰ ਆਪਾਂ ਪ੍ਰੋਵਾਈਡ ਕਰਾਵਾਂਗੇ। ਕਿਹੜਾ ਮਟੀਰੀਅਲ? ਜਿਹੜਾ ਕਿ
ਹਾਈਲੀ ਐਬਸਟ੍ਰੈਕਟ ਹੋਊਗਾ। ਜਦੋਂ ਵੀ ਆਪਾਂ ਬੱਚਿਆਂ ਦੀਆਂ ਗੱਲ ਕਰਦੇ ਆ ਨਾ ਤੇ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਕੰਕਰੀਟ ਵੇ ਨਾਲ ਆਪਾਂ ਸਾਰੀਆਂ ਹੀ ਚੀਜ਼ਾਂ ਬੱਚੇ ਨੂੰ ਸਮਝਾਈਏ। ਸੋ ਕਨਸੈਪਟ ਬਿਲਡਿੰਗ ਲਈ ਬੱਚੇ ਸਾਹਮਣੇ ਕੰਕਰੀਟ ਚੀਜ਼ਾਂ ਹੋਣੀਆਂ ਜ਼ਰੂਰੀ ਨੇ, ਬਟ ਇਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਐਬਸਟ੍ਰੈਕਟ ਜਿਹੜੀਆਂ ਕਿ ਚੀਜ਼ਾਂ ਤੁਸੀਂ ਵੇਖ ਨਹੀਂ ਸਕਦੇ, ਇਮੇਜਿਨ ਕਰ ਸਕਦੇ ਆ, ਸਿਰਫ ਉਹੀ ਚੀਜ਼ਾਂ ਨਾਲ ਆਪਾਂ ਸਮਝਾਵਾਂਗੇ। ਸੋ ਆਪਸ਼ਨ ਨੰਬਰ ਡੀ ਨੂੰ ਤਾਂ ਐਲੀਮੀਨੇਟ ਕਰਤਾ, ਬਟ ਆਪਸ਼ਨ ਨੰਬਰ ਸੀ ਵੇਖੋ ਇੱਥੇ ਲਿਖਿਆ ਹੋਇਆ ਮਿਕਸ ਐਸੈਂਸ਼ੀਅਲ ਐਂਡ ਨॉन ਐਸੈਂਸ਼ੀਅਲ, ਕਿ ਜਿਹੜੀ ਸਿਖਾਈ ਜਾਣ ਵਾਲੀ ਜ਼ਰੂਰੀ ਤੇ ਗੈਰ ਜ਼ਰੂਰੀ ਚੀਜ਼ਾਂ ਨੂੰ ਵੀ ਤੁਸੀਂ ਮਤਲਬ ਮਿਕਸ ਕਰ ਦੇਣਾ। ਸੋ ਇਹ ਗੱਲ ਵੀ ਇੱਥੇ ਗਲਤ ਲਿਖੀ ਹੋਈ ਹੈ। ਜ਼ਰੂਰੀ ਤਾਂ ਚਲੋ ਠੀਕ ਹੈ, ਬਟ ਗੈਰ ਜ਼ਰੂਰੀ ਆਪਾਂ ਇਨਫੋਰਮੇਸ਼ਨ ਨਹੀਂ ਐਡ ਕਰਨੀ ਹੁੰਦੀ। ਆਪਸ਼ਨ ਨੰਬਰ ਤੁਸੀਂ ਸੀ ਨੂੰ ਵੀ ਕਰ ਦੋਗੇ ਐਲੀਮੀਨੇਟ। ਐਂਡ ਇਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਆਪਸ਼ਨ ਨੰਬਰ ਏ ਨੂੰ। ਇੱਥੇ ਲਿਖਿਆ ਹੋਇਆ ਅਵੋਇਡ ਕਰਨਾ ਆ, ਕਿਹੜੀ ਚੀਜ਼ ਤੋਂ ਅਵੋਇਡ ਕਰਨਾ, ਕਿਹੜੀ ਚੀਜ਼ ਤੋਂ ਬਚਣਾ ਚਾਹੀਦਾ ਹੈ, ਕਨੈਕਸ਼ਨ ਬਿਟਵੀਨ ਨਿਊ ਇਨਫੋਰਮੇਸ਼ਨ ਐਂਡ ਪ੍ਰੀਵੀਅਸ ਇਨਫੋਰਮੇਸ਼ਨ। ਪ੍ਰੀਵੀਅਸ ਜਿਹੜੀ ਨੌਲੇਜ ਹੁੰਦੀ ਆ ਇਹ ਆਪਾਂ ਨੂੰ ਕਰਨਾ ਚਾਹੀਦਾ, ਅਵੋਇਡ ਨਹੀਂ ਕਰਨਾ ਚਾਹੀਦਾ। ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ, ਮਤਲਬ ਕਿ ਆਪਾਂ ਨੂੰ ਜੋੜਨਾ ਚਾਹੀਦਾ ਹੈ ਜਿਹੜੀ ਨਵੀਂ ਜਾਣਕਾਰੀ ਸੀਗੀ ਪੁਰਾਣੀ ਜਾਣਕਾਰੀ ਦੇ ਨਾਲ। ਬਟ ਇੱਥੇ ਇਹਨਾਂ ਨੇ ਕਿਹਾ ਆ ਕਿ ਤੁਸੀਂ ਇਹ ਕੰਮ ਨਹੀਂ ਕਰਨਾ। ਸੋ ਆਪਸ਼ਨ ਨੰਬਰ ਏ ਤਾਂ ਕਰਕੇ ਗਲਤ ਹੋ ਗਿਆ। ਅਦਰਵਾਈਜ਼ ਜੇ ਇੱਥੇ ਅਵੋਇਡ ਨਾ ਲਿਖਿਆ ਹੁੰਦਾ ਨਾ ਤੇ ਫਿਰ ਸ਼ਾਇਦ ਆਪਾਂ ਇਹ ਆਪਸ਼ਨ ਨੂੰ ਹੀ ਸਹੀ ਜਵਾਬ ਮੰਨਦੇ। ਬਟ ਆਪਸ਼ਨ ਨੰਬਰ ਜੇ ਤੁਸੀਂ ਬੀ ਵੇਖਦੇ ਹੋ ਇੱਥੇ ਲਿਖਿਆ ਹੋਇਆ ਕਿ ਆਪਾਂ ਫੋਕਸ ਕਰਾਂਗੇ ਅੰਡਰਸਟੈਂਡਿੰਗ ਦੇ ਉੱਤੇ। ਕਿਹੜੀ ਅੰਡਰਸਟੈਂਡਿੰਗ ਦੇ ਉੱਤੇ, ਜਿਹੜੇ ਰੂਲਸ ਹੁੰਦੇ ਨੇ ਉਹਨਾਂ ਨੂੰ, ਡਿਫਾਈਨਿੰਗ ਐਟਰੀਬਿਊਟਸ ਆਫ ਦਾ ਕਨਸੈਪਟ, ਨਿਯਮਾਂ ਨੂੰ ਸਮਝਣ ਅਤੇ ਸੰਕਲਪਾਂ ਦੇ ਗੁਣਾਂ ਨੂੰ ਪ੍ਰਭਾਸ਼ਿਤ ਕਰਨ ਤੇ ਧਿਆਨ ਕੇਂਦਰਿਤ ਕਰੋ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਕਾਫੀ ਪੋਜ਼ਿਟਿਵ ਜਿਹਾ ਆਨਸਰ ਹੈਗਾ ਤੇ ਇਹਦੇ ਬਾਰੇ ਹੀ ਮਤਲਬ ਆਪਾਂ ਗੱਲ ਕਰਨੀ ਆ ਕਿ ਆਪਾਂ ਫੋਕਸ ਕਰਦੇ ਆ ਜਿਹੜੇ ਵੀ ਰੂਲਸ ਨੇ ਅੰਡਰਸਟੈਂਡ ਕਰਨ ਦੇ ਵਿੱਚ, ਜਿਨ੍ਹਾਂ ਨਾਲ ਬੱਚੇ ਨੂੰ ਕਨਸੈਪਟ ਹੈ ਉਹ ਚੰਗੇ ਤਰੀਕੇ ਨਾਲ ਆ ਜਾਏਗਾ। ਬੀ ਨੂੰ ਕਰੋ ਟਿਕ ਤੇ ਆਪਾਂ ਚੱਲਦੇ ਆ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਕਾਫੀ ਸੌਖਾ ਪ੍ਰਸ਼ਨ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਇਸ ਪ੍ਰਸ਼ਨ ਦਾ ਜਵਾਬ ਵੀ ਸਹੀ ਦੇਵੋਗੇ। ਵਿਚ ਆਫ ਦਾ ਫੋਲੋਇੰਗ ਫੈਕਟਰ ਇਜ਼ ਨਾਟ ਰਿਸਪੌਂਸਿਬਲ ਫॉर ਸਟੂਡੈਂਟ ਫੇਲਿਅਰ ਇਨ ਅਕੈਡਮਿਕ ਪਰਫਾਰਮੈਂਸ, ਕਿ ਵਿਦਿਆਰਥੀਆਂ ਦੇ ਅਕਾਦਮਿਕ ਕਾਰਗੁਜ਼ਾਰੀ ਵਿੱਚ ਅਸਫਲਤਾ ਲਈ ਹੇਠਾਂ ਦਿੱਤੇ ਕਾਰਨਾਂ ਵਿੱਚੋਂ ਕਿਹੜਾ ਕਾਰਕ ਜ਼ਿੰਮੇਵਾਰ ਨਹੀਂ ਹੈ। ਮਤਲਬ ਤਿੰਨ ਤਾਂ ਇਹੋ ਜਿਹੇ ਕਾਰਕ ਹੋਣਗੇ ਜਿਹੜੇ ਕਿ ਕਿਸੇ ਵੀ ਬੱਚੇ ਦੇ ਫੇਲਿਅਰ ਵਿੱਚ ਕੀ ਹੋ ਸਕਦੇ ਨੇ, ਉਹ ਕਾਰਕ ਜ਼ਿੰਮੇਵਾਰ ਹੋ ਸਕਦੇ ਨੇ। ਬੋਰੀਅਤ, ਬੋਰਡਮ, ਜਿਵੇਂ ਕਿ ਬੱਚੇ ਇੱਕੋ ਚੀਜ਼ ਪੜ੍ਹ ਕੇ ਬੋਰ ਹੋ ਜਾਂਦੇ ਆ। ਸਟ੍ਰੈਸ, ਤਣਾਅ ਲੈਣ ਕਰਕੇ। क्यूरियोसिटी, उत्सुकता करके। फिर डर करके। सो ਇਹਦਾ ਸਹੀ ਜਵਾਬ ਦੀ ਆਪਾਂ ਜੇਕਰ ਗੱਲ ਕਰੀਏ ਤੇ ਜਿਹੜੀ क्यूरियोसिटी ਹੁੰਦੀ ਆ ਇਹ ਕਦੇ ਵੀ ਤੁਹਾਡੇ ਫੇਲਿਅਰ ਦਾ ਕਾਰਨ ਨਹੀਂ ਬਣੇਗੀ। ਜੇਕਰ ਤੁਹਾਡੇ ਵਿੱਚ क्यूरियोसिटी ਹੈਗੀ ਆ, ਤੁਸੀਂ ਚੰਗੀਆਂ ਚੀਜ਼ਾਂ ਸਿੱਖੋਗੇ, ਤੁਸੀਂ ਪੜ੍ਹਾਈ ਕਰੋਗੇ ਐਂਡ ਤੁਸੀਂ ਪੇਪਰ ਵਿੱਚ ਵੀ ਵਧੀਆ ਸਕੋਰ ਕਰੋਗੇ। ਬਟ ਜੇਕਰ ਤੁਸੀਂ ਬੋਰ ਹੋ ਰਹੇ ਹੋ, ਸਟ੍ਰੈਸ ਲੈ ਰਹੇ ਹੋ, ਫੀਅਰ ਕਰ ਰਹੇ ਹੋ, ਡਰ ਰਹੇ ਹੋ ਤੇ ਇਹਦੇ ਨਾਲ ਤੁਸੀਂ ਫੇਲ ਜ਼ਰੂਰ ਹੋ ਸਕਦੇ ਹੋ। ਸੋ ਫੇਲ ਹੋਣ ਦਾ ਜਿਹੜਾ ਕਾਰਨ ਹੈ ਕਦੇ ਵੀ क्यूरियोसिटी ਨਹੀਂ ਹੋ ਸਕਦੀ। ਆਪਸ਼ਨ ਨੰਬਰ ਤੁਸੀਂ ਸੀ ਨੂੰ ਕਰੋ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਵਾਈਲ ਟੀਚਿੰਗ ਅ ਕਨਸੈਪਟ, ਅ ਟੀਚਰ is giving an example that has the most important core feature of the category associated with the concept, such as example is called। ਇੱਕ ਸੰਕਲਪ ਪੜਾਉਂਦੇ ਸਮੇਂ ਇੱਕ ਅਧਿਆਪਕ ਉਦਾਹਰਣ ਦੇ ਰਿਹਾ ਹੁੰਦਾ ਹੈ ਜਿਸ ਵਿੱਚ ਉਹ ਸੰਕਲਪ ਦੇ ਨਾਲ ਸੰਬੰਧਿਤ ਸ਼੍ਰੇਣੀ ਦੀਆਂ ਸਭ ਤੋਂ ਮਹੱਤਵਪੂਰਨ ਮੂਲ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਅਜਿਹੀ ਉਦਾਹਰਣ ਨੂੰ ਕਿਹਾ ਜਾਂਦਾ ਹੈ। ਇਹ ਕੀ ਇੱਕ ਮਿਸਕਨਸੈਪਸ਼ਨ ਹੈ, ਨॉन ਐਗਜ਼ਾਮਪਲਰ ਹੈ, ਇੱਕ ਗੈਰ ਮਿਸਾਲ ਜਾਂ ਫਿਰ ਅ ਪ੍ਰੋਟੋਟਾਈਪ, ਇੱਕ ਪ੍ਰੋਟੋਟਾਈਪ ਹੈ ਜਾਂ ਫਿਰ ਇੱਕ ਐਕਸਪੈਕਟੇਸ਼ਨ ਹੈ, ਇੱਕ ਉਮੀਦ ਹੈ। ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰੀਏ ਕਿ ਜਦੋਂ ਵੀ ਆਪਾਂ ਸਾਈਕੋਲੋਜੀ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਇੱਕ ਪ੍ਰੋਟੋਟਾਈਪ ਹੁੰਦਾ ਹੈ ਜਿਸ ਦੇ ਅਕੋਰਡਿੰਗ ਆਪਾਂ ਪਤਾ ਕੀ ਕਰਦੇ ਹਾਂ, ਆਪਾਂ ਜਿਵੇਂ ਕਿ ਕੋਈ ਬਰਡ ਹੈ ਉਹਦੀਆਂ ਆਪਾਂ ਕੁਝ ਫੀਚਰਸ ਬਣਾਏ ਹੋਏ ਆ ਨਾ, ਕਿ ਇੱਕ ਪਿਕਚਰ ਬਣਾਈ ਹੋਈ ਹੈ ਕਿ ਇਹ ਬਰਡਸ ਦੇ ਕੁਝ ਕੀ ਫੀਚਰਸ ਹੁੰਦੇ ਆ, ਇਹਨਾਂ ਨੂੰ ਆਪਾਂ ਕੀ ਕਰਨੇ ਆ, ਇਹਨਾਂ ਨੂੰ ਆਪਾਂ ਪ੍ਰੋਟੋਟਾਈਪ ਦਾ ਨਾਮ ਦਿੰਨੇ ਆ। ਜਿਵੇਂ ਕੋਈ ਬਰਡ ਹੈ, ਬਰਡ ਦੇ ਕੁਝ ਕਰੈਕਟਰਿਸਟਿਕਸ ਹੁੰਦੇ ਆ ਨਾ, ਜਿਵੇਂ ਕਿ ਬਰਡ ਉੜ ਸਕਦਾ, ਇੱਕ ਮੈਂਟਲ ਰਿਪਰੈਜ਼ੈਂਟੇਸ਼ਨ ਹੁੰਦੀ ਹੈ। ਸੋ ਇਹਨੂੰ ਆਪਾਂ ਪ੍ਰੋਟੋਟਾਈਪ ਦਾ ਨਾਮ ਦਿੰਨੇ ਆ। ਕਿਹਦਾ ਨਾਮ ਦਿੰਨੇ ਆ? ਪ੍ਰੋਟੋਟਾਈਪ ਦਾ ਨਾਮ ਦਿੰਨੇ ਆ। ਮਿਸਕਨਸੈਪਸ਼ਨ ਕੀ ਹੁੰਦੀ ਹੈ ਜੀ? ਮਿਸਕਨਸੈਪਸ਼ਨ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਕੋਈ ਵੀ ਬੱਚੇ ਦੇ ਵਿੱਚ ਗਲਤ ਧਾਰਨਾ ਬਣ ਜਾਂਦੀ ਹੈ, ਉਹਨੂੰ ਆਪਾਂ ਮਿਸਕਨਸੈਪਸ਼ਨ ਦਾ ਨਾਮ ਦਿੰਨੇ ਆ। ਸਹੀ ਜਵਾਬ ਕੀ ਹੈ ਜੀ? ਟੀਚਿੰਗ ਅ ਕਨਸੈਪਟ, ਟੀਚਰ ਇਜ਼ ਗਿਵਿੰਗ ਐਨ ਐਗਜ਼ਾਮਪਲ that has most important core feature of the category associated with the concept, such example ਨੂੰ ਆਪਾਂ ਕਹਿੰਦੇ ਆ ਜੀ ਪ੍ਰੋਟੋਟਾਈਪ। ਆਪਸ਼ਨ ਨੰਬਰ ਸੀ ਨੂੰ ਕਰੋਗੇ ਟਿਕ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। by encouraging student to reflect on their cognitive abilities to reach a specified goal, a teacher is facilitating the development of। ਵਿਦਿਆਰਥੀਆਂ ਨੂੰ ਇੱਕ ਨਿਸ਼ਚਿਤ ਟੀਚੇ ਤੱਕ ਪਹੁੰਚਣ ਲਈ ਉਹਨਾਂ ਦੀਆਂ ਬੁੱਧਾਤਮਕ ਯੋਗਤਾਵਾਂ ਤੇ ਪ੍ਰਤੀਬਿੰਬਿਤ ਕਰਨ ਲਈ ਉਤਸ਼ਾਹਿਤ ਕਰਕੇ ਇੱਕ ਅਧਿਆਪਕ ਇਹਨਾਂ ਦੇ ਵਿਕਾਸ ਵਿੱਚ ਸਹਾਇਤਾ ਕਰ ਰਿਹਾ ਹੈ। ਕੀ ਇਹ ਡੈਕਲੇਰੇਟਿਵ ਨੌਲੇਜ ਹੈ, ਕੀ ਇਹ ਪ੍ਰੋਸੀਜਰਲ ਨੌਲੇਜ ਹੈ, ਕੀ ਇਹ ਮੈਟਾਕੋਗਨੀਸ਼ਨ ਹੈ ਜਾਂ ਫਿਰ ਇਹ ਰੋਟ ਮੈਮੋਰਾਈਜੇਸ਼ਨ ਹੈ। ਟੀਚਰ ਕੀ ਕਰ ਰਿਹਾ? ਬਾय ਇਨਕਰੇਜਿੰਗ ਸਟੂਡੈਂਟ, ਕਿ ਬੱਚਿਆਂ ਨੂੰ ਮੋਟੀਵੇਟ ਕਰ ਰਿਹਾ। ਮੋਟੀਵੇਟ ਕਿਸ ਗੱਲੋਂ ਕਰ ਰਿਹਾ? ਟੂ ਰਿਫਲੈਕਟ ਔਨ देयर ਕੋਗਨੀਟਿਵ ਐਬਿਲਿਟੀਜ਼, ਕਿ ਬੁੱਧਾਤਮਕ ਜਿਹੜੀਆਂ ਵੀ ਉਹ ਚੀਜ਼ਾਂ ਨੇ ਉਹਦੇ ਵਿੱਚ ਮਤਲਬ ਪਹੁੰਚਣ ਦੇ ਲਈ ਜਿਹੜਾ ਟੀਚਰ ਹੈ ਉਹਨਾਂ ਦੀ ਮਿਹਨਤ ਕਰ ਰਿਹਾ।
ਟੀਚਰ ਇਜ਼ ਫੈਸਿਲਿਟੇਟਿੰਗ, मतलब कि ਇਹਦੇ ਵਿੱਚ ਨਾ ਜਿਹੜਾ ਟੀਚਰ ਹੈਗਾ ਬੱਚਿਆਂ ਦੀ ਹੈਲਪ ਕਰ ਰਿਹਾ, ਵਿਦਿਆਰਥੀਆਂ ਨੂੰ ਇੱਕ ਨਿਸ਼ਚਿਤ ਟੀਚੇ ਤੱਕ ਪਹੁੰਚਣ ਲਈ ਉਹਨਾਂ ਦੀਆਂ ਬੋਧਾਤਮਕ ਯੋਗਤਾਵਾਂ ਤੇ ਪ੍ਰਤੀਬਿੰਬਿਤ ਕਰਨ ਲਈ, मतलब कि ਬੱਚਿਆਂ ਨੂੰ ਜੋ ਕੁਝ ਉਹ ਬੱਚੇ ਕਰ ਸਕਦੇ ਆ ਉਹਨਾਂ ਦੀ ਨੂੰ मतलब ਉਹਨਾਂ ਦੀਆਂ ਐਬਿਲਿਟੀਜ਼ ਨੂੰ ਵੀ ਟੀਚਰ ਦੱਸ ਰਿਹਾ। ਸੋ ਆਪਾਂ ਇਹਨੂੰ ਕੀ ਕਵਾਂਗੇ ਕਿ ਇਹ ਡੈਕਲੇਰੇਟਿਵ ਨੌਲੇਜ ਹੈ, ਪ੍ਰੋਸੀਜਰਲ ਨੌਲੇਜ ਹੈ, ਮੈਟਾਕੋਗਨੀਸ਼ਨ ਹੈ, ਜਾਂ ਫਿਰ ਇਹ ਰੋਟ ਮੈਮੋਰਾਈਜੇਸ਼ਨ ਹੈ। ਰੋਟ ਮੈਮੋਰਾਈਜੇਸ਼ਨ ਤਾਂ ਹੋ ਨਹੀਂ ਸਕਦਾ, ਆਪਸ਼ਨ ਨੰਬਰ ਡੀ ਨੂੰ ਕਰਾਂਗੇ ਐਲੀਮੀਨੇਟ। ਆਪਸ਼ਨ ਨੰਬਰ ਤੁਹਾਡਾ ਸੀ ਅਤੇ ਸਹੀ ਜਵਾਬ ਹੈ। ਐਂਡ ਇੱਥੇ ਪ੍ਰੋਸੀਜਰਲ ਨੌਲੇਜ ਐਂਡ ਡਿਕਲੇਰੇਟਿਵ ਨੌਲੇਜ ਹੁੰਦੀ ਕੀ ਹੈ ਇਹਦੇ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ। ਮੈਟਾਕੋਗਨੀਸ਼ਨ ਇਹਦਾ ਸਹੀ ਜਵਾਬ ਹੈ ਜੀ, मतलब कि ਇੱਥੇ ਗੱਲ ਕਿਹਦੀ ਕੀਤੀ ਜਾ ਰਹੀ ਹੈ ਕੋਗਨੀਟਿਵ ਐਬਿਲਿਟੀਜ਼ ਦੀ, ਕਿ ਸਟੂਡੈਂਟ ਨੂੰ ਟੂ ਰਿਫਲੈਕਟ ਔਨ देयर ਕੋਗਨੀਟਿਵ ਐਬਿਲਿਟੀਜ਼ ਟੂ ਰੀਚ ਅ ਸਪੈਸੀਫਿਕ ਗੋਲ। ਸੋ ਟੀਚਰ ਕੀ ਕਰ ਰਿਹਾ ਮੈਟਾਕੋਗਨੀਸ਼ਨ, मतलब ਇਹਦਾ ਜਵਾਬ ਤਾਂ ਇਹ ਹੋਊਗਾ ਜੀ ਆਪਸ਼ਨ ਨੰਬਰ ਸੀ। ਪ੍ਰੋਸੀਜਰਲ ਨੌਲੇਜ ਦੀ ਜੇਕਰ ਆਪਾਂ ਗੱਲ ਕਰੀਏ, ਪ੍ਰੋਸੀਜਰਲ ਨੌਲੇਜ ਕੀ ਹੁੰਦੀ ਹੈ? ਮੰਨ ਲਓ ਕਿ ਮੈਂ ਕੋਈ ਬਾਈਕ ਚਲਾਉਣੀ ਸਿੱਖਣੀ ਹੈ, ਸਾਈਕਲ ਚਲਾਉਣਾ ਸਿੱਖਣਾ ਚਾਹੁੰਦਾ ਹਾਂ, ਜਾਂ ਫਿਰ ਕਾਰ ਚਲਾਉਣੀ ਸਿੱਖਣਾ ਚਾਹੁੰਦਾ ਹਾਂ, ਤੇ ਇਹ ਕਿ ਮੈਂ ਸਿਰਫ ਕਿਸੇ ਦੇ ਕਹਿਣ ਦੇ ਅਕੋਰਡਿੰਗ ਸਿੱਖ ਜਾਊਂਗਾ ਕਿ ਹਾਂ ਵੀ ਤੁਸੀਂ ਕੁਝ ਇਸ ਤਰ੍ਹਾਂ ਕਲਚ ਨੱਪਣਾ ਹੈ, ਜਾਂ ਫਿਰ ਤੁਸੀਂ ਕਲਚ ਪ੍ਰੈਸ ਕਰਨਾ ਹੈ, ਇਸ ਤਰ੍ਹਾਂ ਤੁਸੀਂ ਇਸ ਡਿਵਾਈਸ ਨੂੰ ਯੂਜ਼ ਕਰਨਾ ਹੈ। मतलब कि ਆਪਾਂ ਕੀ ਸਿਰਫ ਉਹਦੇ ਦੱਸਣ ਤੇ ਸਿੱਖ ਸਕਦੇ ਹਾਂ? ਨਹੀਂ ਸਿੱਖ ਸਕਦੇ, ਆਪਾਂ ਨੂੰ ਖੁਦ ਹੀ ਪ੍ਰੈਕਟਿਸ ਕਰਨੀ ਪੈਣੀ ਆ, ਖੁਦ ਹੀ ਕਾਰ ਚਲਾਉਣੀ ਪਊਗੀ, ਗੱਡੀ ਚਲਾਉਣੀ ਪੈਣੀ ਆ, ਫਿਰ ਹੀ ਆਪਾਂ ਸਿੱਖਾਂਗੇ। ਸੋ ਇਹਨੂੰ ਆਪਾਂ ਪ੍ਰੋਸੀਜਰਲ ਨੌਲੇਜ ਦਾ ਨਾਮ ਦਿੰਨੇ ਆ। ਜੇਕਰ ਆਪਾਂ ਡਿਕਲੇਰੇਟਿਵ ਨੌਲੇਜ ਦੀ ਗੱਲ ਕਰੀਏ, ਡਿਕਲੇਰੇਟਿਵ ਨੌਲੇਜ ਇੱਕ ਸਟੈਟਿਕ ਨੌਲੇਜ ਹੁੰਦੀ ਹੈ, मतलब कि ਜਿਹੜੀਆਂ ਵੀ ਚੀਜ਼ਾਂ ਤੁਹਾਡੇ ਦਿਮਾਗ ਵਿੱਚ ਸਟੈਟਿਕ ਨੌਲੇਜ ਨਾਲ ਬੈਠੀਆਂ ਹੋਈਆਂ ਕਿ ਹਾਂ ਵੀ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸੀਗੇ, ਸੋ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੈਟਿਕ ਇਨਫੋਰਮੇਸ਼ਨ ਹੁੰਦੀਆਂ ਨੇ, ਹਿਸਟਰੀ ਦੇ ਕੁਝ ਕਹਿ ਸਕਦੇ ਹਾਂ ਕਿ ਕੁਝ ਫੈਕਟਸ ਹੁੰਦੇ ਆ, ਸੋ ਇਹਨਾਂ ਨੂੰ ਆਪਾਂ ਡਿਕਲੇਰੇਟਿਵ ਨੌਲੇਜ ਦਾ ਨਾਮ ਦਿੰਨੇ ਆ। ਸੋ ਇੱਥੇ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਸੀ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਵਾਈਲ ਕਨਸੈਪਚੁਅਲਾਈਜ਼ਿੰਗ ਟੀਚਿੰਗ ਲਰਨਿੰਗ ਪ੍ਰੋਸੈਸ, ਨੈਸ਼ਨਲ ਕਰਿਕੂਲਮ ਫਰੇਮਵਰਕ 2005 emphasize on the importance of ਅਧਿਆਪਨ ਸਿਖਲਾਈ ਪ੍ਰਕਿਰਿਆ ਨੂੰ ਸੰਕਲਪਿਤ ਕਰਦੇ ਹੋਏ ਰਾਸ਼ਟਰੀ ਪਾਠਕ੍ਰਮ ਫਰੇਮਵਰਕ 2005 ਇਹਨਾਂ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ। ਐਕਟਿਵ ਇੰਗੇਜਮੈਂਟ ਐਂਡ ਇੰਟਰੈਕਸ਼ਨ, ਸਰਗਰਮ ਸ਼ਮੂਲੀਅਤ ਅਤੇ ਪਰਸਪਰ ਪ੍ਰਭਾਵ, ਡ੍ਰਿਲ ਐਂਡ ਰਿਪੀਟਡ ਪ੍ਰੈਕਟਿਸ, ਜਾਂ ਫਿਰ ਮਸ਼ਕ ਅਤੇ ਦੁਹਰਾਈ ਅਭਿਆਸ, ਰੂਟ ਮੈਮੋਰਾਈਜੇਸ਼ਨ ਐਂਡ ਕੰਟੈਂਟ ਸਮੱਗਰੀ ਦੀ मतलब कि ਰਟਾਫਿਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਸਟਿਮੂਲਸ ਰਿਸਪੌਂਸ ਐਸੋਸੀਏਸ਼ਨ, ਉਤੇਜਨਾ ਜਵਾਬ ਐਸੋਸੀਏਸ਼ਨ ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰੀਏ। ਸਭ ਤੋਂ ਪੋਜ਼ਿਟਿਵ ਜਵਾਬ ਵੇਖ ਲਓ ਜੀ। ਐਂਡ ਆਪਾਂ ਨੈਸ਼ਨਲ ਕਰਿਕੂਲਮ ਫਰੇਮਵਰਕ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ। ਆਪਸ਼ਨ ਨੰਬਰ ਏ ਦਾ ਹੈਗਾ ਜੀ ਸਹੀ ਜਵਾਬ। ਇਹਦੇ ਵਿੱਚ ਆਪਾਂ ਮੇਨਲੀ ਗੱਲ ਕਰਦੇ ਹਾਂ ਐਕਟਿਵ ਇੰਗੇਜਮੈਂਟ, ਕਿ ਬੱਚਿਆਂ ਨੂੰ ਆਪਾਂ ਐਕਟਿਵ ਤਰੀਕੇ ਨਾਲ ਉਹਨਾਂ ਨਾਲ ਇੰਟਰੈਕਸ਼ਨ ਕਰੀਏ, ਠੀਕ ਹੈ ਜੀ, ਐਂਡ ਇੰਗੇਜ ਕਰੀਏ ਉਹਨਾਂ ਨੂੰ। ਸੋ ਆਪਸ਼ਨ ਨੰਬਰ ਏ ਦਾ ਹੋ ਗਿਆ ਸਹੀ ਜਵਾਬ। ਇਹਦੇ ਨਾਲ ਬੱਚਾ ਕਾਫੀ ਸਾਰੀਆਂ ਚੀਜ਼ਾਂ ਨੂੰ ਸਿੱਖ ਸਕਦਾ ਹੈ ਐਕਟਿਵ ਤਰੀਕੇ ਨਾਲ। ਆਪਸ਼ਨ ਨੰਬਰ ਬੀ ਸੀ ਤਾਂ ਬਿਲਕੁਲ ਹੀ ਗਲਤ ਹੋਣਗੇ ਜੀ, ਕਿਉਂਕਿ ਇੱਥੇ ਡ੍ਰਿਲ ਐਂਡ ਰਿਪੀਟਡ ਪ੍ਰੈਕਟਿਸ ਦੀ ਗੱਲ ਕਰ ਰਿਹਾ, ਇੱਥੇ ਰਟਾਫਿਕੇਸ਼ਨ ਦੀ ਗੱਲ ਕਰ ਰਿਹਾ, ਬਟ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਜੇਕਰ ਆਪਾਂ ਗੱਲ ਕਰੀਏ ਨੈਸ਼ਨਲ ਕਰਿਕੂਲਮ ਫਰੇਮਵਰਕ ਦੀ, ਇੱਥੇ ਇਹਨਾਂ ਨੇ ਮੇਨਲੀ 5 ਗਾਈਡਲਾਈਨਸ ਦਿੱਤੀਆਂ ਸੀਗੀਆਂ। ਕਿਹੜੀਆਂ ਸੀਗੀਆਂ ਜੀ? ਕਨੈਕਟ ਕਰਿਕੂਲਰ ਨੌਲੇਜ ਟੂ ਲਾਈਫ ਆਊਟਸਾਈਡ ਦਾ ਸਕੂਲ, ਕਿ ਜਿਹੜੀ ਤੁਹਾਡੀ ਕਰਿਕੂਲਰ ਨੌਲੇਜ ਹੈਗੀ ਆ ਇਹਨੂੰ ਤੁਸੀਂ ਕੀ ਕਰਨਾ ਹੈ, ਇਹਨੂੰ ਤੁਸੀਂ ਬਾਹਰਲੀ ਜ਼ਿੰਦਗੀ ਨਾਲ ਤੁਸੀਂ ਜੋੜਨਾ ਹੈ। ਆਪਸ਼ਨ ਇੱਥੇ ਵਿੱਚ ਲਿਖਿਆ ਹੋਇਆ ਇਨਸ਼ੋਰ ਦੈਟ ਲਰਨਿੰਗ ਸ਼ਿਫਟ ਅਵੇ ਫਰਮ ਰੂਟ ਮੈਥਡਸ, ਕਿ ਜੋ ਕੁਝ ਵੀ ਤੁਸੀਂ ਯਾਦ ਕਰ ਰਹੇ ਹੋ ਇਹਨੂੰ ਕੀ ਕਰਨਾ ਹੈ, ਤੁਸੀਂ ਜੋ ਕੁਝ ਵੀ ਤੁਸੀਂ ਯਾਦ ਕਰ ਰਹੇ ਹੋ ਇਹਨੂੰ ਤੁਸੀਂ ਰੱਟੇ ਤੋਂ मतलब ਦੂਰ ਕਰੋ, ਇਹਨੂੰ मतलब ਰੱਟਾਫਿਕੇਸ਼ਨ ਤੋਂ ਛੱਡ ਕੇ ਤੁਸੀਂ ਚੀਜ਼ਾਂ ਨੂੰ ਸਮਝੋ। ਐਨਰਿਚ ਦਾ ਕਰਿਕੂਲਮ ਇਨ ਸੱਚ ਅ ਵੇ ਦੈਟ ਇਟ ਗੋਜ਼ ਬਿਯੋਂਡ ਦਾ ਟੈਕਸਟ ਬੁੱਕਸ, ਕਿ ਸਿਰਫ ਕਿਤਾਬੀ ਗਿਆਨ ਹੀ ਸਫੀਸ਼ੀਐਂਟ ਨਹੀਂ ਹੈਗਾ ਤੁਹਾਡੀ ਪੜ੍ਹਾਈ ਦੇ ਵਿੱਚ, ਕਰਿਕੂਲਮ ਦੇ ਵਿੱਚ। ਮੇਕ ਐਗਜ਼ਾਮੀਨੇਸ਼ਨ ਫਲੈਕਸੀਬਲ, ਕਿ ਆਪਾਂ ਨੂੰ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜੀਆਂ ਵੀ ਤੁਹਾਡੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਇਹਦੇ ਵਿੱਚ ਵੀ ਫਲੈਕਸੀਬਿਲਿਟੀ ਲਿਆਉਣੀ ਚਾਹੀਦੀ ਹੈ। ਐਂਡ ਨਰਚਰ ਐਂਡ ਓਵਰਰਾਈਡਿੰਗ ਆਈਡੈਂਟੀਟੀ ਇਨਫੋਰਮਡ ਬਾਈ ਕੇਅਰਿੰਗ ਕੰਸਰਨ ਵਿਦਿਨ ਦਾ ਡੈਮੋਕ੍ਰੈਟਿਕ ਪੋਲਿਟੀ ਆਫ ਕੰਟਰੀ। ਐਂਡ ਇਹ ਸਾਰੇ ਹੀ ਪੁਆਇੰਟ ਤੁਸੀਂ ਧਿਆਨ ਨਾਲ ਪੜ੍ਹ ਲੈਣੇ ਆ। ਇਹ ਜਿਹੜੀ PDF ਹੈਗੀ ਆ, PPT ਹੈਗੀ ਆ, ਆਪਣੇ ਟੈਲੀਗ੍ਰਾਮ ਚੈਨਲ ਤੇ ਵੀ ਮਿਲ ਜਾਣੀ ਆ। ਸੋ ਤੁਸੀਂ ਆਪਣਾ ਜਿਹੜਾ ਟੈਲੀਗ੍ਰਾਮ ਚੈਨਲ ਹੈ ਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ, ਉਹਨੂੰ ਜੁਆਇਨ ਜ਼ਰੂਰ ਕਰ ਲਿਓ। ਆਪਾਂ ਵੇਖ ਲੈਂਦੇ ਆ ਅਗਲਾ ਪ੍ਰਸ਼ਨ। ਟੂ ਸਕੈਫੋਲਡ ਸਟੂਡੈਂਟ ਇਨ ਸੋਲਵਿੰਗ ਪ੍ਰੋਬਲਮ ਅ ਟੀਚਰ ਸ਼ੁੱਡ, ਕਿ ਕਿਸੇ ਸਮੱਸਿਆ ਨੂੰ ਹੱਲ ਕਰਨ ਵਿੱਚ ਵਿਦਿਆਰਥੀਆਂ ਨੂੰ ਸ਼ਾਮਿਲ ਕਰਨ ਲਈ ਇੱਕ ਅਧਿਆਪਕ ਨੂੰ ਚਾਹੀਦਾ ਹੈ। ਕਨਫਿਊਜ਼ ਸਟੂਡੈਂਟ ਬਾਈ ਹਾਈਲਾਈਟਿੰਗ ਐਕਸਟੈਂਸ਼ੀਅਸ ਇਨਫੋਰਮੇਸ਼ਨ, ਬਾਹਰੀ ਜਾਣਕਾਰੀ ਨੂੰ ਉਜਾਗਰ ਕਰਕੇ ਵਿਦਿਆਰਥੀਆਂ ਨੂੰ ਉਲਝਾਉਣਾ। ਆਪਸ਼ਨ ਨੰਬਰ ਬੀ ਡਾਇਰੈਕਟਲੀ ਟੈਲ ਦਾ ਆਨਸਰ ਟੂ ਸਟੂਡੈਂਟ ਐਂਡ ਆਸਕ them ਟੂ ਕਾਪੀ, ਵਿਦਿਆਰਥੀਆਂ ਨੂੰ ਸਿੱਧੇ ਜਵਾਬ ਦੱਸੋ ਅਤੇ ਉਹਨਾਂ ਨੂੰ ਇਸ ਦੀ ਨਕਲ ਕਰਨ ਲਈ ਕਹੋ। ਜਾਂ ਫਿਰ ਆਪਸ਼ਨ ਨੰਬਰ ਸੀ ਗਿਵ ਕਿਊਜ਼ ਦੈਟ ਐਕਟੀਵਿਟੀਜ਼ ਦਾ ਰਿਲੇਵੈਂਟ ਸਕੀਮਾਸ, ਕੀ ਸੰਕੇਤ ਦਿਓ ਜੋ ਸੰਬੰਧਿਤ ਸਕੀਮਾਂ ਤੋਂ ਸਰਗਰਮ ਕਰਦੇ ਹਨ। ਜਾਂ ਫਿਰ ਆਪਸ਼ਨ ਨੰਬਰ ਡੀ ਸਪਲਿਟ ਦਾ ਇਨਫੋਰਮੇਸ਼ਨ ਇਨ ਡਿਸਕਨੈਕਟਡ ਚੰਕਸ, ਕੀ ਜਾਣਕਾਰੀ ਨੂੰ ਡਿਸਕਨੈਕਟ ਕੀਤੇ ਹਿੱਸਿਆਂ ਵਿੱਚੋਂ ਵੰਡੋ। ਸਹੀ ਜਵਾਬ ਦੀ ਗੱਲ ਕਰੀਏ, ਸਕੈਫੋਲਡਿੰਗ ਹੁੰਦੀ ਕੀ ਹੈ? ਸਕੈਫੋਲਡਿੰਗ ਆਪਾਂ ਉਦੋਂ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਬੱਚਿਆਂ ਨੂੰ
ਕਿਸੇ ਵੀ ਪਰਸਨ ਨੂੰ ਜਦੋਂ ਕੋਈ ਬੱਚਾ ਕੋਈ ਕੰਮ ਕਰ ਰਿਹਾ, ਕੋਈ ਕੰਮ ਨੂੰ ਸਿੱਖ ਰਿਹਾ, ਕੋਈ ਸਮ ਸੋਲਵ ਕਰ ਰਿਹਾ, ਆਪਾਂ ਥੋੜੀ ਜਿਹੀ ਹੈਲਪ ਦਿੰਨੇ ਆ ਐਂਡ ਬੱਚਾ ਉਸ ਕੰਮ ਨੂੰ ਫਿਰ ਕਰ ਲੈਂਦਾ ਹੈ। ਅਦਰਵਾਈਜ਼ ਆਪਣੀ ਹੈਲਪ ਤੋਂ ਬਿਨਾਂ ਉਹ ਬੱਚਾ ਕੰਮ ਨਹੀਂ ਕਰ ਪਾਉਂਦਾ ਹੁੰਦਾ। ਕੈਪੇਬਿਲਿਟੀ ਜ਼ਰੂਰ ਹੁੰਦੀ ਆ ਬਟ ਉਹ ਆਪਣੀ ਹੈਲਪ ਤੋਂ ਬਿਨਾਂ ਨਹੀਂ ਕੰਮ ਕਰ ਪਾਉਂਦਾ, ਮਤਲਬ ਆਪਾਂ ਜਿਹੜੀ ਉਹਨੂੰ ਟੈਂਪਰੇਰੀ ਹੈਲਪ ਦਿੰਨੇ ਆ। ਸੋ ਇਹਦਾ ਮਤਲਬ ਹੈ ਕਿ ਆਪਾਂ ਉਹਨੂੰ ਗਿਵ ਕਿਊਜ਼, ਆਪਾਂ ਥੋੜੇ ਬਹੁਤ ਉਹਨੂੰ ਕਿਊਜ਼ ਦੇ ਰਹੇ ਆ, ਮਤਲਬ ਜਿਹੜਾ ਵੀ ਉਹ ਕੰਮ ਕਰ ਰਿਹਾ ਹੈ। ਸੋ ਆਪਸ਼ਨ ਨੰਬਰ ਇੱਥੇ ਤੁਹਾਡਾ ਸੀ ਹੋਵੇਗਾ ਸਹੀ ਜਵਾਬ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਸਰਸ਼ਨ ਲਿਖਿਆ ਹੋਇਆ ਤੇ ਰੀਜ਼ਨ ਦਿੱਤਾ ਹੋਇਆ। ਇੱਕ ਉੱਪਰਲੀ ਜਿਹੜੀ ਗੱਲ ਲਿਖੀ ਹੋਈ ਹੈ ਅਸਰਸ਼ਨ, ਇਹ ਜਿਹੜੀ ਇਹਦੇ ਵਿੱਚ ਲਿਖਿਆ ਹੋਇਆ ਡਿਊਰਿੰਗ ਟੀਚਿੰਗ ਲਰਨਿੰਗ ਪ੍ਰੋਸੈਸ ਅ ਟੀਚਰ ਸ਼ੁੱਡ ਗਿਵ ਓਪਰਚੁਨਿਟੀ ਟੂ ਸਟੂਡੈਂਟ ਫॉर ਸ਼ੇਅਰਿੰਗ देयर ਮਿਸਕਨਸੈਪਸ਼ਨ ਐਂਡ ਅਲਟਰਨੇਟਿਵ ਕਨਸੈਪਸ਼ਨ। ਅਧਿਆਪਨ ਸਿਖਲਾਈ ਪ੍ਰਕਿਰਿਆ ਦੌਰਾਨ ਇੱਕ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਗਲਤ ਧਾਰਨਾਵਾਂ ਅਤੇ ਵਿਕਲਪਿਕ ਧਾਰਨਾਵਾਂ ਨੂੰ ਸਾਂਝਾ ਕਰਨ ਦੇ ਮੌਕੇ ਦੇਣੇ ਚਾਹੀਦੇ ਹਨ। ਤੇ ਬਿਲਕੁਲ ਸਹੀ ਗੱਲ ਲੱਗ ਰਹੀ ਹੈ ਜੀ ਮੈਨੂੰ ਤਾਂ। ਤੁਸੀਂ ਦੱਸੋ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਦੋਂ ਵੀ ਟੀਚਿੰਗ ਲਰਨਿੰਗ ਪ੍ਰੋਸੈਸ ਹੁੰਦੀ ਹੈ ਤੇ ਜਿਹੜੇ ਵੀ ਟੀਚਰ ਹੁੰਦੇ ਆ ਉਹ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਜਿਹੜੀਆਂ ਗਲਤ ਧਾਰਨਾਵਾਂ ਹੁੰਦੀਆਂ ਨੇ, ਕੋਈ ਮਿਸਕਨਸੈਪਸ਼ਨ ਉਹਨਾਂ ਨੇ ਬਣਾਇਆ ਹੁੰਦਾ, ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਟੀਚਰ ਨੂੰ ਠੀਕ ਹੈ ਬਿਲਕੁਲ ਉਹਨਾਂ ਨੂੰ ਓਪਰਚੁਨਿਟੀਜ਼ ਦੇਣੀਆਂ ਚਾਹੀਦੀਆਂ ਨੇ ਕਿ ਠੀਕ ਹੈ ਵੀ ਜੋ ਵੀ ਤੁਹਾਡੀ ਧਾਰਨਾ ਹੈਗੀ ਹੈ, ਗਲਤ ਧਾਰਨਾ ਹੈਗੀ ਹੈ, ਤੁਸੀਂ ਉਹਨੂੰ ਬੋਲੋ। ਆਪਸ਼ਨ ਜਿਹੜੀ ਰੀਜ਼ਨ ਲਿਖਿਆ ਹੋਇਆ ਮਿਸਕਨਸੈਪਸ਼ਨ ਐਂਡ ਅਲਟਰਨੇਟਿਵਸ ਕਨਸੈਪਸ਼ਨ ਆਰ ਆਲਵੇਜ਼ ਬੇਸਲੈਸ, ਕਿ ਹਮੇਸ਼ਾ ਹੀ ਬੇਸਲੈਸ ਹੁੰਦੇ ਆ ਜੋ ਵੀ ਬੱਚੇ ਧਾਰਨਾਵਾਂ ਜਾਂ ਫਿਰ ਗਲਤ ਧਾਰਨਾਵਾਂ ਬਣਾਉਂਦੇ ਆ। ਗਲਤ ਧਾਰਨਾਵਾਂ ਤੇ ਵਿਕਲਪਿਕ ਧਾਰਨਾਵਾਂ ਹਮੇਸ਼ਾ ਬੇਬੁਨਿਆਦ ਹੁੰਦੀਆਂ ਹਨ ਅਤੇ ਸਿੱਖਣ ਦੀ ਪ੍ਰਕਿਰਿਆ ਵਿੱਚ ਮਾਮੂਲੀ ਹੁੰਦੀਆਂ ਹਨ। ਆਪਸ਼ਨ ਏ 'ਚ ਲਿਖਿਆ ਹੋਇਆ ਏ ਤੇ ਆਰ ਦੋਨੋਂ ਹੀ ਸਹੀ ਨੇ ਤੇ ਆਰ ਇਹਦੀ ਕਰੈਕਟ ਐਕਸਪਲੇਨੇਸ਼ਨ ਵੀ ਹੈਗੀ ਆ, ਜਾਂ ਫਿਰ ਆਪਸ਼ਨ ਨੰਬਰ ਬੀ ਬੋਥ ਏ ਐਂਡ ਆਰ ਆਰ ਟਰੂ, ਕਿ ਦੋਨੋਂ ਹੀ ਸਹੀ ਨੇ ਤੇ ਆਰ ਇਹਦੀ ਐਕਸਪਲੇਨੇਸ਼ਨ नहीं है आर। ऑप्शन नंबर सी च लिखा हुआ ए इज ट्रू बट आर इज फॉल्स, कि ए तो सही है बट आर गलत गल लिखी हुई है, या फिर दोनों ही गलत ने। ऑप्शन नंबर डी च सही जवाब की गल करिए ए गल तो बिल्कुल ठीक लिखी हुई है कि ਜਿਹੜੇ ਵੀ ਬੱਚੇ गलत कंसैप्शन बना ਲੈਂਦੇ ਨੇ ਇਹ ਮਤਲਬ ਇਹਨਾਂ ਨੂੰ ਵੀ ਆਪਾਂ ਕੀ ਕਰਨਾ ਹੈ ਕੰਸੀਡਰ ਕਰਨਾ ਹੁੰਦਾ ਹੈ। ਆਪਾਂ ਨੂੰ ਇਹਦੇ ਵਿੱਚ ਪਤਾ ਲੱਗਦਾ ਹੈ ਕਿ ਬੱਚੇ ਕਿਵੇਂ ਸਿੱਖਦੇ ਹਨ। ਜੋ ਕੁਝ ਵੀ ਉਹ ਬੋਲਦੇ ਨੇ ਮਿਸਕਨਸੈਪਸ਼ਨਾਂ ਹੁੰਦੀਆਂ ਨੇ ਉਹ ਬੇਸਲੈਸ ਨਹੀਂ ਹੁੰਦੀਆਂ, ਤੇ ਆਰ ਦੇ ਵਿੱਚ ਤਾਂ ਇਹ ਲਿਖਿਆ ਹੋਇਆ ਕਿ ਉਹਨਾਂ ਦੀਆਂ ਮਿਸਕਨਸੈਪਸ਼ਨਾਂ ਬੇਸਲੈਸ ਹੁੰਦੀਆਂ ਹਨ ਤੇ ਬੇਬੁਨਿਆਦ ਹੁੰਦੀਆਂ ਹਨ। ਸੋ ਆਰ ਆਪਸ਼ਨ ਤਾਂ ਹੈਗੀ ਹੈ ਜੀ ਗਲਤ, ਬਿਲਕੁਲ ਗਲਤ। ਆਪਸ਼ਨ ਨੰਬਰ ਜਿਹੜੀ ਅਸਰਸ਼ਨ ਦਿੱਤੀ ਹੋਈ ਹੈ ਇਹ ਸਹੀ ਹੈ। ਸੋ ਸੀ ਆਪਸ਼ਨ ਤੁਹਾਡਾ ਸਹੀ ਜਵਾਬ ਹੋਏਗਾ ਕਿ ਏ ਤਾਂ ਟਰੂ ਹੈ ਬਟ ਆਰ ਇਜ਼ ਫਾਲਸ। ਸੋ ਤੁਸੀਂ ਇਹਨੂੰ ਟਿਕ ਕਰ ਲਓ ਜੀ। ਕਿਹਨੂੰ ਟਿਕ ਕਰਨਾ ਹੈ? ਆਪਾਂ ਕਰਨਾ ਹੈ ਟਿਕ ਸੀ ਨੂੰ। ਸੀ ਇਜ਼ ਦਾ ਰਾਈਟ ਆਂਸਰ। ਆਪਾਂ ਚੱਲਦੇ ਹਾਂ ਜੀ ਅੱਜ ਦੇ ਸੈਕੰਡ ਲਾਸਟ ਪ੍ਰਸ਼ਨ ਤੇ। ਲਰਨ ਹੈਲਪਲੈਸਨੈਸ ਅਕਰਸ ਵੈਨ ਅ ਸਟੂਡੈਂਟ ਬਿਲੀਵਸ ਦੈਟ, ਕਿ ਸਿੱਖੀ ਹੋਈ ਬੇਬਸੀ ਉਦੋਂ ਵਾਪਰਦੀ ਹੈ ਜਦੋਂ ਇੱਕ ਵਿਦਿਆਰਥੀ ਵਿਸ਼ਵਾਸ ਕਰਦਾ ਹੈ ਕਿ ਲਰਨ ਹੈਲਪਲੈਸ ਹੁੰਦੀ ਕੀ ਹੈ? ਜਦੋਂ ਬੱਚਾ ਕੀ ਕਰਦਾ ਹੈ, ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਜੋ ਕੁਝ ਮਰਜ਼ੀ ਕਰ ਲਵਾਂ ਮੈਨੂੰ ਰਿਜ਼ਲਟ ਆਹੀ ਮਿਲਣ ਵਾਲਾ। ਠੀਕ ਹੈ ਜੀ। ਸੋ ਇਹਨੂੰ ਆਪਾਂ ਲਰਨ ਹੈਲਪਲੈਸ ਕਹਿੰਦੇ ਆ। ਐਬਿਲਿਟੀ ਟੂ ਇੰਪਰੂਵੇਬਲ ਐਂਡ ਫੋਕਸ ਇਜ਼ ਔਨ ਮਾਸਟਰੀ ਗੋਲਸ, ਯੋਗਤਾ ਸੁਧਾਰੀ ਜਾ ਸਕਦੀ ਹੈ ਅਤੇ ਨਿਪੁੰਨਤਾ ਦੇ ਟੀਚਿਆਂ ਤੇ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ। ਕਿ ਇਹ ਬੱਚਾ ਇਹ ਵਿਸ਼ਵਾਸ ਕਰਦਾ ਹੈ ਉਦੋਂ ਲਰਨ ਹੈਲਪਲੈਸ ਹੁੰਦੀ ਹੈ। ਜਾਂ ਫਿਰ ਆਪਸ਼ਨ ਨੰਬਰ ਬੀ ਐਫਰਟ ਇੰਪੈਕਟ ਐਬਿਲਿਟੀ ਐਂਡ ਫੋਕਸ ਇਜ਼ ਔਨ ਪਰਫਾਰਮੈਂਸ ਗੋਲਸ, ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਅਤੇ ਫੋਕਸ ਪ੍ਰਦਰਸ਼ਨ ਟੀਚਿਆਂ ਤੇ ਹੈ। ਆਪਸ਼ਨ ਨੰਬਰ ਸੀ ਦ ਆਊਟਕਮ ਆਫ ਅਕੈਡਮਿਕ ਐਕਟੀਵਿਟੀਜ਼ ਆਰ ਕੰਟਰੋਲੇਬਲ, ਅਕਾਦਮਿਕ ਗਤੀਵਿਧੀਆਂ ਤੇ ਨਤੀਜੇ ਨਿਯੰਤਰਣ ਯੋਗ ਹਨ। ਆਪਸ਼ਨ ਨੰਬਰ ਡੀ ਦ ਆਊਟਕਮ ਆਫ ਅਕੈਡਮਿਕ ਐਕਟੀਵਿਟੀਜ਼ ਆਰ ਅਨਕੰਟਰੋਲੇਬਲ, ਅਕਾਦਮਿਕ ਗਤੀਵਿਧੀਆਂ ਦੇ ਨਤੀਜੇ ਬੇਕਾਬੂ ਹੁੰਦੇ ਹਨ। ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਜਿਹੜਾ ਡੀ ਹੈ ਨਾ ਇਹ ਤੁਹਾਡਾ ਜਵਾਬ ਸਹੀ ਹੋਏਗਾ। ਐਂਡ ਆਪਸ਼ਨ ਨੰਬਰ ਸੀ ਤੇ ਡੀ ਆਪਸ ਵਿੱਚ ਹੀ ਕੰਟਰਾਡਿਕਟ ਕਰ ਰਹੇ ਆ, ਮਤਲਬ ਕਿ ਇਹਨਾਂ ਵਿੱਚੋਂ ਇੱਕ ਜਵਾਬ ਹੀ ਹੋਊਗਾ ਕਿਉਂਕਿ ਇੱਕ ਗੱਲ ਜਿਹੜੀ ਕੀਤੀ ਜਾ ਰਹੀ ਹੈ ਉਹਦੀ ਬਿਲਕੁਲ ਹੀ ਆਪੋਜ਼ਿਟ ਗੱਲ ਆਪਸ਼ਨ ਨੰਬਰ ਡੀ 'ਚ ਕੀਤੀ ਜਾ ਰਹੀ ਹੈ। ਇਹਦੇ ਵਿੱਚ ਕੀ ਲਿਖਿਆ ਹੋਇਆ ਕਿ ਜਦੋਂ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਜਿੰਨਾ ਮਰਜ਼ੀ ਪੜ੍ਹ ਲਵਾਂ ਮੇਰੇ ਨੰਬਰ ਤਾਂ 0 ਹੀ ਆਉਣੇ ਆ, ਇਹਨੂੰ ਆਪਾਂ ਕਹਿੰਦੇ ਆ ਲਰਨ ਹੈਲਪਲੈਸਨੈਸ। ਕੀ ਕਹਿੰਦੇ ਆਪਾਂ ਇਹਨੂੰ ਆਪਾਂ ਲਰਨ ਹੈਲਪਲੈਸ ਕਹਿੰਦੇ ਆ। ਮਤਲਬ ਆਪਸ਼ਨ 'ਚ ਇਹੀ ਲਿਖਿਆ ਹੋਇਆ ਨਾ ਕਿ ਆਊਟਕਮ ਕੀ ਹੋਊਗਾ ਆਫ ਅਕੈਡਮਿਕ ਐਕਟੀਵਿਟੀਜ਼ ਆਰ ਅਨਕੰਟਰੋਲੇਬਲ, ਕਿ ਮੈਂ ਜੋ ਕੁਝ ਮਰਜ਼ੀ ਕਰਾਂ ਇਹ ਮੇਰੇ ਹੱਥ ਵਾਸਤੇ ਹੈ ਨਹੀਂਗਾ। ਜਦੋਂ ਬੱਚਾ ਇਹ ਸੋਚਦਾ ਹੈ ਇਹਨੂੰ ਆਪਾਂ ਲਰਨ ਹੈਲਪਲੈਸ ਕਹਿੰਦੇ ਆ। ਆਪਸ਼ਨ ਨੰਬਰ ਤੁਸੀਂ ਡੀ ਨੂੰ ਕਰੋ ਟਿਕ ਤੇ ਆਪਾਂ ਚੱਲਦੇ ਹਾਂ ਲਾਸਟ ਪ੍ਰਸ਼ਨ ਤੇ। ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਇੰਟ੍ਰਿੰਸਿਕ ਮੋਟੀਵੇਸ਼ਨ। ਇੰਟ੍ਰਿੰਸਿਕ ਮੋਟੀਵੇਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੀ ਅੰਦਰੂਨੀ ਪ੍ਰੇਰਨਾ ਦੀ ਉਦਾਹਰਣ ਹੈ? ਸਟੱਡਿੰਗ ਟੂ ਅਵॉइड ਪਨਿਸ਼ਮੈਂਟ ਬਾਈ ਪੇਰੈਂਟ, ਮਾਪਿਆਂ ਦੁਆਰਾ ਸਜ਼ਾ ਤੋਂ ਬਚਣ ਲਈ ਅਧਿਐਨ ਕਰਨਾ। ਜਾਂ ਫਿਰ ਆਪਸ਼ਨ ਨੰਬਰ ਬੀ ਸਟੱਡਿੰਗ ਡਿਊ ਟੂ ਇੰਟਰਸਟ ਇਨ ਐਨ ਐਕਟੀਵਿਟੀ, ਕਿਸੇ ਗਤੀਵਿਧੀ ਵਿੱਚ ਦਿਲਚਸਪੀ ਦੇ ਕਾਰਨ ਅਧਿਐਨ ਕਰਨਾ। ਜਾਂ ਫਿਰ ਆਪਸ਼ਨ ਨੰਬਰ ਸੀ ਸਟੱਡਿੰਗ ਟੂ ਰਿਸੀਵ ਦ ਪ੍ਰੇਜ਼ ਆਫ ਟੀਚਰ, ਅਧਿਆਪਕ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਅਧਿਐਨ ਕਰਨਾ। ਜਾਂ ਫਿਰ ਆਪਸ਼ਨ ਨੰਬਰ ਡੀ ਸਟੱਡਿੰਗ ਟੂ ਵਿਨ ਅ ਕੰਪੀਟੀਸ਼ਨ, ਮੁਕਾਬਲਾ ਜਿੱਤਣ ਲਈ ਪੜ੍ਹਾਈ ਕਰ ਰਿਹਾ ਹੈ। ਸੋ
ਜਦੋਂ ਵੀ ਆਪਾਂ ਗੱਲ ਕਰਦੇ ਹਾਂ ਮੋਟੀਵੇਸ਼ਨ ਦੀ, ਮੋਟੀਵੇਸ਼ਨਸ ਹੁੰਦੀਆਂ ਨੇ ਦੋ ਤਰ੍ਹਾਂ ਦੀਆਂ, ਇੱਕ ਹੁੰਦੀ ਹੈ ਇੰਟ੍ਰਿੰਸਿਕ, ਇੱਕ ਹੁੰਦੀ ਹੈ ਐਕਸਟ੍ਰਿੰਸਿਕ। ਇੰਟ੍ਰਿੰਸਿਕ ਹੁੰਦੀ ਹੈ ਅੰਦਰੂਨੀ, ਐਕਸਟ੍ਰਿੰਸਿਕ ਮੋਟੀਵੇਸ਼ਨ ਆਪਾਂ ਉਹਨੂੰ ਕਹਿੰਦੇ ਆ ਜਦੋਂ ਆਪਾਂ ਕੋਈ ਬਾਹਰੀ ਚੀਜ਼ ਤੋਂ ਬਾਹਰੀ ਚੀਜ਼ ਨੂੰ ਲੈਣ ਲਈ, ਰਿਵਾਰਡ ਲੈਣ ਲਈ ਆਪਾਂ ਕੋਈ ਚੀਜ਼ ਕੰਮ ਕਰਦੇ ਆ, ਜਿਵੇਂ ਕਿ ਅਵੋਇਡ ਪਨਿਸ਼ਮੈਂਟ, ਮਤਲਬ ਕਿ ਕੁੱਟ ਪੈਣੀ ਆ, ਕੋਈ ਬੱਚਾ ਫਿਰ ਪੜ੍ਹਾਈ ਕਰ ਰਿਹਾ, ਮਤਲਬ ਕਿ ਇਹ ਤਾਂ ਐਕਸਟ੍ਰਿੰਸਿਕ ਮੋਟੀਵੇਸ਼ਨ ਹੈ। ਸੋ ਆਪਸ਼ਨ ਨੰਬਰ ਏ ਤਾਂ ਨਹੀਂ ਹੋ ਸਕਦਾ, ਆਪਸ਼ਨ ਨੰਬਰ ਏ ਨੂੰ ਐਲੀਮੀਨੇਟ ਕਰੋ। ਬੀ ਵੇਖੋ, ਸਟੱਡੀ ਡਿਊ ਟੂ ਇੰਟਰਸਟ ਇਨ ਐਨ ਐਕਟੀਵਿਟੀ, ਕਿਸੇ ਗਤੀਵਿਧੀ ਵਿੱਚ ਦਿਲਚਸਪੀ ਦੇ ਕਾਰਨ ਅਧਿਐਨ ਕਰ ਰਿਹਾ ਹੈ। ਜਾਂ ਫਿਰ ਆਪਸ਼ਨ ਨੰਬਰ ਸੀ ਵੇਖੋ, ਸਟੱਡਿੰਗ ਟੂ ਰਿਸੀਵ ਦਾ ਪ੍ਰੇਜ਼ ਆਫ ਟੀਚਰ, ਇੱਕ ਜਿਹੜੀ ਪ੍ਰੇਜ਼ ਹੁੰਦੀ ਹੈ, ਤਾਰੀਫ ਕਰਨੀ ਕਿਸੇ ਦੀ, ਇਹ ਵੀ ਤਾਂ ਕਿਤੇ ਨਾ ਕਿਤੇ ਐਕਸਟ੍ਰਿੰਸਿਕ ਮੋਟੀਵੇਸ਼ਨ ਦਾ ਹੀ ਪਾਰਟ ਹੈ ਕਿ ਜੇਕਰ ਟੀਚਰ ਨੇ ਪ੍ਰੇਜ਼ ਨਹੀਂ ਕਰਨੀ ਤੇ ਉਸ ਬੱਚੇ ਨੇ ਮਤਲਬ ਕੀ ਕਰਨਾ ਹੈ, ਬੱਚੇ ਨੇ ਸਟੱਡੀ ਨਹੀਂ ਕਰਨੀ। ਸੋ ਇਹ ਜਵਾਬ ਵੀ ਗਲਤ ਹੋਏਗਾ ਕਿਉਂਕਿ ਇੱਥੇ ਇੰਟ੍ਰਿੰਸਿਕ ਮੋਟੀਵੇਸ਼ਨ ਦੀ ਗੱਲ ਕੀਤੀ ਹੈ। ਆਪਸ਼ਨ ਨੰਬਰ ਡੀ ਵੇਖੋ, ਕੰਪੀਟੀਸ਼ਨ ਜਿੱਤਣ ਦੀ ਗੱਲ ਕੀਤੀ ਜਾ ਰਹੀ ਹੈ, ਠੀਕ ਹੈ ਨਾ, ਮਤਲਬ ਕਿ ਸਿਰਫ ਜਿੱਤਣ ਲਈ ਹੀ ਇਹ ਸਟੱਡੀ ਕਰੇਗਾ। ਸੋ ਆਪਸ਼ਨ ਨੰਬਰ ਡੀ ਵੀ ਗਲਤ ਹੈ। ਬਟ ਆਪਸ਼ਨ ਨੰਬਰ ਜੇਕਰ ਬੀ ਦੀ ਗੱਲ ਕਰੀਏ, ਇੱਥੇ ਬੱਚੇ ਦਾ ਇੰਟਰਸਟ ਹੈ, ਬੱਚਾ ਉਸ ਚੀਜ਼ ਨੂੰ ਇੰਜੋਏ ਕਰ ਰਿਹਾ ਹੈ ਸਟੱਡੀ ਨੂੰ, ਇਸ ਕਰਕੇ ਸਟੱਡੀ ਕਰੇਗਾ। ਸੋ ਇਹ ਕੀ ਹੈ, ਇੰਟ੍ਰਿੰਸਿਕ ਮੋਟੀਵੇਸ਼ਨ ਦਾ ਪਾਰਟ ਹੈ। ਇੱਕ ਹੋਰ ਐਗਜ਼ਾਮਪਲ ਨਾਲ ਸਮਝ ਸਕਦੇ ਹਾਂ ਕਿ ਮੰਨ ਲਓ ਆਪਾਂ ਕਦੇ ਫੁੱਟਬਾਲ ਖੇਡਣ ਜਾਂਦੇ ਹਾਂ ਤੇ ਦੋ ਟੀਮਾਂ ਖੇਡ ਰਹੀਆਂ ਹੁੰਦੀਆਂ ਨੇ। ਇੱਕ ਟੀਮ ਸੋਚਦੀ ਹੈ ਕਿ ਯਾਰ ਅਸੀਂ ਹਾਰੀਏ ਜਾਂ ਜਿੱਤੀਏ, ਅਸੀਂ ਤਾਂ ਬਸ ਗੇਮ ਨੂੰ ਇੰਜੋਏ ਕਰਨਾ। ਦੂਸਰੀ ਟੀਮ ਕਹਿੰਦੀ ਹੈ ਕਿ ਅਸੀਂ ਤਾਂ ਸਿਰਫ ਜਿੱਤਣਾ ਆ, ਸਾਨੂੰ ਟਰੋਫੀ ਚਾਹੀਦੀ ਹੈ। ਸੋ ਜਿਹੜੀ ਟੀਮ ਕਹਿ ਰਹੀ ਹੈ ਕਿ ਸਾਨੂੰ ਟਰੋਫੀ ਚਾਹੀਦੀ ਹੈ ਉਹ ਹੈ ਐਕਸਟ੍ਰਿੰਸਿਕ ਮੋਟੀਵੇਸ਼ਨ ਦਾ ਪਾਰਟ। ਜਿਹੜੀ ਟੀਮ ਕਹਿ ਰਹੀ ਹੈ ਕਿ ਅਸੀਂ ਸਿਰਫ ਪਲੇਜ਼ਰ ਲਈ ਖੇਡਣਾ ਆ ਜਾਂ ਫਿਰ ਇੰਜੋਏ ਕਰਨਾ ਆ, ਉਹਨੂੰ ਆਪਾਂ ਕਵਾਂਗੇ ਇੰਟ੍ਰਿੰਸਿਕ ਮੋਟੀਵੇਸ਼ਨ। ਬੀ ਦੇ ਵਿੱਚ ਵੀ ਕੀ ਲਿਖਿਆ ਹੋਇਆ, ਇੰਟਰਸਟ ਦੀ ਗੱਲ ਕੀਤੀ ਹੈ। ਸੋ ਆਪਸ਼ਨ ਨੰਬਰ ਬੀ ਨੂੰ ਕਰੋਗੇ ਟਿਕ ਤੇ ਇਹ ਆਪਣਾ ਲਾਸਟ ਪ੍ਰਸ਼ਨ ਸੀ। ਦਸਾਂ ਵਿੱਚੋਂ ਤੁਹਾਡੇ ਇੱਥੇ ਕਿੰਨੇ ਨੰਬਰ ਬਣੇ ਨੇ ਕਮੈਂਟ ਕਰਕੇ ਜਰੂਰ ਦੱਸਿਓ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਬਸਕ੍ਰਾਈਬ ਬਟਨ ਜਰੂਰ ਕਲਿੱਕ ਕਰ ਲਿਓ ਐਂਡ ਲਾਈਕ ਬਟਨ ਵੀ ਪ੍ਰੈਸ ਕਰ ਦਿਓ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ। ਸੋ ਇਸ ਦੇ ਨਾਲ ਹੀ ਥੈਂਕ ਯੂ ਸੋ ਮਚ ਫॉर ਵਾਚਿੰਗ, ਗॉड ਬlesਸ ਯੂ ਆਲ।